मेरा ख्याल है जे राजा साहब ने ये कानून ना पास करे, भारतीय जनता पार्टी गुस्सा ना करे, उन्हें कांग्रेस के खिलाफ हो जाऊगा। जवाब देने तो टालते रहे, खब्बे सज्जे होर गल्लां करते रहे। ये मीटिंग बिल्कुल मैं तो कहूँगा कि सरकार ने लोगों के नाल एक तरह का मजाक कराया। कोई लड़सरा नहीं फड़ाया गया जी, किसी सवाल का जवाब नहीं दिता गया कि किसानां नाल गल करनी सी कि वो इत्थे चंडीगढ़ दे विच जो सारा पंजाब दे विच सारा मंत्री मंडल इत्थे आया फिरदा है, सानूं दिल्ली सੱਦਣ ਦਾ ਕੀ ਲੋੜ ਪੈ ਗਈ ਸੀ। पर दूजे पासों सरकार का सेंटर का दवा है, इनू कर नहीं दी साडी समझ घटन। मेरा ख्याल इतों तक सानूं तो खादशा हो रहा कि तेरी सरकार भी ना तोड़ दें, क्यों भी कंपनियों का दबाव ज़्यादा है सेंटर सरकार से। उत्थे सानूं मेरी मजबूरी बस ये भी कहना पिया उन्होंने कि पंजाब के किसान या भारत के किसान नूं तुसीं एडा मूर्ख ते अनपढ़ ना समझो। भारत का भी अज नौजवान पढ़ चुका है, साडे बहुत सारे साडे कोले वकील हैगे है, बहुत सारे साडे बच्चों ने PhD कर ली है हुई है। ਅਸੀਂ ਕਿਹਾ ਵੀ ਸਾਨੂੰ ਤਾਂ ਬੱਸ ਭਰ ਕੇ ਤੁਸੀਂ ਉਰੇ ਸੱਦ ਲਿਆ ਤੇ 7-8 ਤੁਸੀਂ ਆਪਦੇ ਮੰਤਰੀ ਪੰਜਾਬ ਤੌਰ ਤੇ ਵੀ ਸਾਡਾ ਅੰਦੋਲਨ ਫੇਲ ਕਰਨਾ ਹੈਗਾ। ਜ਼ਿਆਦਾ ਨਾਰਾਜ਼ਗੀ ਸਾਡੀ ਇਸੇ ਗੱਲ ਤੇ ਸੀ। ਮੈਨੂੰ ਨਹੀਂ ਲੱਗਦਾ ਕਿ ਕਿਤੇ ਕਿਹਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ, ਨਾ ਕੋਈ ਗੱਲਬਾਤ ਹੋਈ ਹੈ ਨਾ ਕੋਈ ਗੱਲਬਾਤ ਹੋਣ ਦੀ ਗੱਲ ਹੈ। ਮਤਲਬ ਸੈਕਟਰੀ ਸਾਰੀ ਨਾਰਾਜ਼ਗੀ ਹੋਈ ਹੈ। ਅਸੀਂ ਕਿਹਾ ਵੀ ਸਾਨੂੰ ਤਾਂ ਬੱਸ ਭਰ ਕੇ ਤੁਸੀਂ ਉਰੇ ਸੱਦ ਲਿਆ ਤੇ 7-8 ਤੁਸੀਂ ਆਪਦੇ ਮੰਤਰੀ ਪੰਜਾਬ ਤੌਰ ਤੇ ਵੀ ਸਾਡਾ ਅੰਦੋਲਨ ਫੇਲ ਕਰਨਾ ਹੈਗਾ। ਜ਼ਿਆਦਾ ਨਾਰਾਜ਼ਗੀ ਸਾਡੀ ਇਸੇ ਗੱਲ ਤੇ ਸੀ। ਦੂਜੀਆਂ ਮੰਗਾਂ ਮੰਨੀਆਂ ਜਾਣ ਨਾ ਮੰਨੀਆਂ ਉਹ ਲਹਿਦੀ ਗੱਲ ਹੈਗੀ। ਸਾਡੀ ਸਮਝ ਜਿਹੜੀ ਸਾਨੂੰ ਪਹਿਲਾਂ ਨਹੀਂ ਚਿੱਠੀ ਕੱਢੀ ਸੀਗੀ ਉਹ ਅਸੀਂ ਉਹਨੂੰ ਤਾਂ ਗਿੱਦੜ ਚਿੱਠੀ ਕਿਹਾ ਸੀ। ਇਹ 'ਚ ਥੋੜ੍ਹਾ ਜਿਹਾ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਸਾਰੀਆਂ ਜਥੇਬੰਦੀਆਂ ਨੂੰ ਚਿੱਠੀ ਕੱਢੀ ਸੀ ਵੀ ਕੇਂਦਰ ਨਾਲ ਕੋਈ ਮੰਤਰੀ ਤੁਹਾਡੇ ਨਾਲ ਗੱਲਬਾਤ ਕਰੂਗਾ। ਕੋਈ ਮੰਤਰੀ ਆਇਆ ਨਹੀਂਗਾ, ਕੱਲਾ ਸੈਕਟਰੀ ਬੈਠਾ ਸੀਗਾ। ਸਾਡੇ ਸੂਝਵਾਨ ਲੀਡਰ ਸੀ, ਉਹਨਾਂ ਨੇ ਪੂਰੇ ਕਰੜੇ ਜਵਾਬ ਦਿੱਤੇ। ਉਹ ਕੋਈ ਸਾਡੇ ਜਵਾਬ ਦਾ ਜਵਾਬ ਨਹੀਂ ਦੇ ਸਕੇ। ਇਸ ਕਰਕੇ ਅਸੀਂ ਨਾਰਾਜ਼ ਹੋ ਕੇ ਬਾਹਰ ਨਿਕਲੇ। ਬਾਹਰ ਆ ਕੇ ਅਸੀਂ ਨਾਅਰੇ ਲਾਏ। ਉਹ ਜਿਹੜੇ ਸਾਨੂੰ ਕਾਪੀਆਂ ਦਿੱਤੇ ਉਹ ਕਾਪੀਆਂ ਪਾੜੀਆਂ। ਪੂਰਾ ਜੱਜ ਕੇ ਵਿਰੋਧ ਕਰਕੇ ਆਏ ਹਾਂ। ਕੱਲ ਨੂੰ ਸਾਡੀ 15 ਤਰੀਕ ਨੂੰ ਮੀਟਿੰਗ ਹੈ। ਅਗਲਾ ਅੰਦੋਲਨ ਦਾ ਸਾਡਾ ਅਸੀਂ ਰੂਪਰੇਖਾ ਤਿਆਰ ਕਰਾਂਗੇ। उन्नी देर तक किसान सड़कों ते ट्रेन रेला रोकणगे, रेलवे लाइन ते बैठणगे, सड़कों ते आउणगे। ਹਾਂ ਕੱਲ ਨੂੰ 15 ਨੂੰ ਬੈਠਣਗੇ। ਕੱਲ ਨੂੰ 15 ਨੂੰ ਬੈਠੇ। ਕੱਲ ਦੀ ਮੀਟਿੰਗ 'ਚ ਕੀ ਬਣਦਾ ਹੈਗਾ, ਕੀ ਵਿਚਾਰ ਹੁੰਦਾ, ਕੀ ਕਰਦੇ ਆ ਉਹ 'ਚ ਕਰਦਾ। ਜਿਵੇਂ ਇੱਕ ਪਾਸੇ ਮਤਲਬ ਪੰਜਾਬ ਸਰਕਾਰ ਨੇ ਅੱਜ ਕੈਪਟਨ ਦਾ ਬਿਆਨ ਹੈਗਾ, ਉਹ ਕਹਿੰਦਾ ਮੈਂ 19 ਤਰੀਕ ਨੂੰ ਵਿਧਾਨ ਸਭਾ ਦਾ ਇਜਲਾਸ ਸੱਦਾਂਗਾ, ਉਹ 'ਚ ਮੈਂ ਮਤਲਬ ਮਤੇ ਰੱਦ ਕਰ ਦੂੰਗਾ। ਪਰ ਦੂਜੇ ਪਾਸੋਂ ਸਰਕਾਰ ਦਾ ਸੈਂਟਰ ਦਾ ਦਵਾ ਹੈ, ਇਹਨੂੰ ਕਰ ਨਹੀਂ ਦਿੰਦੀ ਸਾਡੀ ਸਮਝ ਘਟਣ ਨੂੰ। ਮੇਰਾ ਖਿਆਲ ਇੱਥੋਂ ਤੱਕ ਸਾਨੂੰ ਤਾਂ ਖਾਦਸ਼ਾ ਹੋ ਰਿਹਾ ਕਿ ਤੇਰੀ ਸਰਕਾਰ ਵੀ ਨਾ ਤੋੜ ਦੇਣ, ਕਿਉਂ ਵੀ ਕੰਪਨੀਆਂ ਦਾ ਦਬਾਅ ਜ਼ਿਆਦਾ ਹੈ सेंटर सरकार ਤੇ। किसान जथेबंदी एक मंग करदियां ਸੀਗੀਆਂ सूबा सरकार तो कि सैशन सदन विधान सभा सैशन सदन ਹੁਣ ਉਹ ਸੱਦ ਰਹੇ ਨੇ, ਫਿਰ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ। ਹਾਂ ਸਾਨੂੰ ਹਜੇ ਵੀ ਉਹਦਾ ਖਤਰਾ ਹੈ। ਮੇਰੀ ਗੱਲ ਤੇ ਵਾਅਦੇ ਕਰਕੇ ਸਿਆਸੀ ਲੀਡਰ ਮੁੱਕਰ ਜਾਂਦੇ ਨੇ। ਕੈਪਟਨ ਨੇ ਪਹਿਲਾਂ ਬਹੁਤ ਵਾਅਦੇ ਕੀਤੇ ਨੇ, ਸਹੁੰ ਖਾਧੀ ਦੀ ਗੁਟਕੇ ਦੀ ਮੈਂ ਸਾਰਾ ਕਰਜ਼ਾ ਮਾਫ ਕਰੂੰਗਾ ਤੇ ਅਸੀਂ ਕੋਈ ਆਦੇ ਅੰਦੋਲਨ 'ਚ ਢਿੱਲ ਮਿਸ ਪਾ ਦਈਏ। ਦੇਖਦੇ ਹਾਂ ਵੀ ਇਹ 19 ਤਰੀਕ ਨੂੰ ਕੀ ਕਰਦਾ ਹੈਗਾ। ਮਤਲਬ ਅੰਦੋਲਨ ਚੱਲਿਆ ਤਾਂ ਸਾਰੇ ਵਿਚਾਰ ਸਾਡੀ ਤੜਕੇ ਹੋਊਗੀ। ਜਿਵੇਂ ਇਹਦੇ ਨਾਲ ਹੀ ਕਿਸਾਨ ਤਾਂ ਇਹ ਗੱਲ ਕਰ ਰਹੇ ਕਿ ਜੋ ਅੰਦੋਲਨ ਅਸੀਂ ਉਹ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਹਾਂ, ਦੂਜੇ ਪਾਸੇ ਅਸ਼ਵਨੀ ਸ਼ਰਮਾ ਤੇ ਅਟੈਕ ਹੁੰਦਾ, ਕਿਵੇਂ ਦੇਖਦੇ ਹੋ? ਕੀ ਕਿੰਨਾ ਕੁ ਰੋਲ ਹੈ ਕਿਸਾਨ? ਦੇਖੋ ਅਸੀਂ ਕਿਸੇ ਤੇ ਅਟੈਕ ਕਰਨ ਦੇ ਹੱਕ 'ਚ ਸਾਡੀ ਕੋਈ ਲੀਡਰਸ਼ਿਪ ਨਹੀਂ। ਇਹਦੇ ਬਾਰੇ ਅਸੀਂ ਕੁਛ ਨਾ ਕਿਸੇ ਨੂੰ ਗੁੱਸਾ ਆ ਗਿਆ, ਉਹ ਆਮ ਕਿਸਾਨ ਨੂੰ ਗੁੱਸਾ ਹੋ ਸਕਦਾ ਹੈਗਾ, ਪਰ ਅਸੀਂ ਇਸ ਗੱਲ ਤੇ ਰਾਜੀ ਨਹੀਂ। ਗਾਹਾਂ ਨੂੰ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ। ਆਪਦੇ ਜੇ ਕੋਈ ਸਾਡਾ ਵਰਕਰ ਹੋਇਆ ਵੀ ਬਾਈ ਚਾਂਸ ਤਾਂ ਅਸੀਂ ਉਹਨੂੰ ਵਰਜਾਂਗੇ ਵੀ ਇਹੋ ਜਿਹਾ ਕੰਮ ਨਹੀਂ ਕਰਨਾ। ਜੇ ਕੋਲ ਹਿੰਸਕ ਕਾਰਵਾਈ 'ਚ ਕਹਾ ਵਗ ਗਿਆ ਅਸੀਂ ਹਾਰ ਜਾਾਂਗੇ, ਜੇ ਕੋਲ ਨੂੰ ਅਸੀਂ ਸ਼ਾਂਤ ਰੱਖਾਂਗੇ ਤਾਂ ਅਸੀਂ ਜਿੱਤ ਜਾਾਂਗੇ। ਅਸੀਂ ਕਿਸੇ ਦੇ ਬਾਹਰਗੇ ਪ੍ਰੈਸ ਤੋਂ ਧਰਨਾ ਦੇ ਸਕਦੇ ਹਾਂ, ਜਾ ਸਕਦੇ ਹਾਂ, ਉਹ ਵੀ ਜੇ ਕੋਈ ਤਕੜਾ ਨੇਤਾ ਹੋਵੇ। ਆਮ ਲੋਕਾਂ ਦਾ ਪੰਜਾਬ ਦੇ ਵਿੱਚ ਰਹਿਣਾ ਹੀ ਆ, ਸਾਡਾ ਕਿਸੇ ਨਾਲ ਆਮ ਲੋਕਾਂ ਨਾਲ ਕੋਈ ਬੜਾ ਵਿਰੋਧ ਨਹੀਂ ਹੈਗਾ। ਇਹ ਗੁੱਸਾ ਭਾਰਤੀ ਜਨਤਾ ਪਾਰਟੀ ਇਹੀ ਹੈ ਵੀ ਸੈਂਟਰ ਸਰਕਾਰ ਮੰਨ ਕਿਉਂ ਨਹੀਂ ਰਹੀ। ਮੇਰਾ ਖਿਆਲ ਹੈ ਜੇ ਰਾਜਾ ਸਾਹਿਬ ਨੇ ਇਹ ਕਾਨੂੰਨ ਨਾ ਪਾਸ ਕਰੇ, ਭਾਰਤੀ ਜਨਤਾ ਪਾਰਟੀ ਗੁੱਸਾ ਨਾ ਕਰੇ, ਉਨੇ ਕਾਂਗਰਸ ਦੇ ਖਿਲਾਫ ਹੋ ਜਾਊਗਾ। ਕਿਤੇ ਨਾ ਕਿਤੇ ਮੰਨਦੇ ਹੋ ਕਿ ਜੋ ਸਿਆਸੀ ਲੋਕ ਆ ਰਹੇ ਨੇ ਉਹ ਧਰਨੇ ਨੂੰ ਕਮਜ਼ੋਰ ਕਰ ਰਹੇ ਨੇ? ਕਮਜ਼ੋਰ ਐਸਾ ਹੁੰਦਾ ਵੀ ਉਹਨਾਂ ਨੂੰ ਇੱਕ ਖਤਰਾ ਹੁੰਦਾ ਵੀ ਜਿਹੜੇ ਸਾਡੇ ਵਰਕਰ ਨੇ ਉਹ ਕਿਤੇ ਕਿਸਾਨ ਲੀਡਰਾਂ ਮਗਰ ਨਾ ਲੱਗ ਜਾਣ। ਆਪਦੇ ਵਰਕਰਾਂ ਨੂੰ ਬਚਾਉਂਦੇ ਨੇ ਉਹ, ਮਤਲਬ ਜਦੋਂ ਬਚਾਉਣਗੇ ਉਹਨੂੰ ਆਪਦੇ ਵਰਕਰਾਂ ਨੂੰ ਬਚਾਉਂਦੇ ਨੇ। ਤੇ ਜੇ ਮਤਲਬ ਮੁਕਾਬਲੇ ਉਹ ਬਹਿ ਜਾਣਗੇ ਸਾਡੇ ਧਰਨੇ 'ਚੋਂ। ਇਸੇ ਤਰ੍ਹਾਂ ਹੀ ਕਾਂਗਰਸ ਦਾ, ਕਾਂਗਰਸ ਨੇ ਲੋਕਾਂ ਨਾਲ ਵਾਅਦਾ ਕੀਤਾ ਕਰਜ਼ੇ ਮਾਫ ਕਰਨ ਦਾ, ਹਰ ਘਰ ਨੌਕਰੀ ਦੇਣ ਦਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ। ਜਦੋਂ ਇਹਨਾਂ ਮਸਲਿਆਂ ਦੇ ਉੱਤੇ ਕਾਂਗਰਸ ਲੋਕਾਂ ਦੇ ਪੂਰ ਨਹੀਂ ਉਤਰੀ, ਉਸ ਵੇਲੇ ਹੁਣ ਕਾਂਗਰਸ ਤੇ ਉਹਨਾਂ ਦਾ ਹੇਠਲਾ ਜਿਹੜੇ ਕਿਸਾਨ ਨੇ ਜਾਂ ਆਮ ਵੋਟਰ ਹੈਗਾ ਉਹਨਾਂ ਨੂੰ ਟੁੱਟ ਚੁੱਕਾ ਹੈਗਾ। ਉਹਨੂੰ ਮੁੜ ਆਪਣੇ ਨਾਲ ਲਾਉਣ ਲਈ ਉਹਨਾਂ ਦਾ ਨਿਸ਼ਾਨਾ 2022 ਦੀਆਂ ਚੋਣਾਂ ਨੇ। ਕਿਸਾਨੀ ਦਾ ਨਿਸ਼ਾਨਾ ਕਾਨੂੰਨਾਂ ਨੂੰ ਵਾਪਸ ਕਰਾਉਣਾ ਹੈ, ਕਿਉਂਕਿ ਕਿਸਾਨੀ ਇਹਨਾਂ ਕਾਨੂੰਨਾਂ ਨਾਲ ਤਬਾਹ ਹੋ ਰਹੀ ਹੈ। ਜਿੱਥੇ ਕਿਸਾਨ ਤਬਾਹ ਹੋਣਾ ਹੈ ਉੱਥੇ ਸਾਡੇ ਦੇਸ਼ ਦੇ ਵੀ ਹਿੱਤ 'ਚ ਨਹੀਂ, ਅੰਨ ਸੁਰੱਖਿਆ ਖਤਰੇ 'ਚ ਪੈਣੀ ਹੈ। ਫੈਡਰਲ ਢਾਂਚੇ ਦੇ ਵੀ ਉਲਟ ਨੇ, ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਸੱਪ ਹੈਗਾ। ਇਸ ਕਰਕੇ ਜਿਹੜੇ ਕਿਸਾਨ, ਅਸੀਂ ਕਿਸਾਨਾਂ ਦੇ ਹਿੱਤ ਤਾਂ ਸਾਰਾ ਇਸੇ ਗੱਲ ਦਾ ਹੀ ਹੈ। ਕਿਸਾਨ ਚਾਹੇ ਕਿਸੇ ਜਾਤ ਦਾ ਹੈ, ਕਿਸੇ ਮਜ਼ਹਬ ਦਾ ਹੈ, ਉਹਦਾ ਮਤਲਬ ਹੈ ਮੈਂ ਆਪਣੀ ਖੇਤੀ ਦੇ ਉਸ ਧੰਦੇ ਨੂੰ ਬਚਾਉਣਾ, ਆਪਣੇ ਰੁਜ਼ਗਾਰ ਨੂੰ ਬਚਾਉਣਾ।
ਇਹਦੇ ਨਾਲ ਹੀ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਜੋ ਕਿਸਾਨ ਧਰਨੇ ਦੇ ਰਹੇ ਆ ਟ੍ਰੇਨਾਂ ਤੇ ਬੈਠੇ ਨੇ, ਸੂਬੇ 'ਚ ਕੋਲੇ ਦੀ ਕਮੀ ਆ ਜਾਏਗੀ, ਸੂਬਾ ਹਨੇਰੇ 'ਚ ਚੱਲ ਜਾਏਗਾ, ਕਿ ਕਿਸਾਨ ਉਹਨਾਂ ਦੀ ਗੱਲ ਮੰਨੇਗਾ? ਦੇਖੋ, ਇਹ ਤਾਂ ਸਾਡੀ ਜਿਹੜੀ ਕੱਲ ਨੂੰ ਮੀਟਿੰਗ ਹੋ ਰਹੀ ਹੈ, ਉਸ ਮੀਟਿੰਗ ਦੇ ਵਿੱਚ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਵਿਚਾਰ ਕਰਕੇ ਤੇ ਫੈਸਲਾ ਕਰਨਗੀਆਂ। ਉਹਦੇ ਵਿੱਚ ਇਕੱਲਾ ਮੈਂ ਜਿਹੜਾ ਉਹ ਨਹੀਂ ਕਹਿ ਸਕਦਾ ਵੀ, ਲੇਕਿਨ ਇਹਦੇ ਵਿੱਚ ਤਾਂ ਸਾਰੇ ਕਿਸਾਨਾਂ ਦੀ ਜਿਹੜੀ ਯਾਨੀ ਕਿ ਇਹ ਮੀਟਿੰਗ, ਮੁੱਦਾ ਵਿਚਾਰਿਆ ਜਾ ਸਕਦਾ। ਮੁੱਦਾ ਵਿਚਾਰਿਆ ਜਾ ਸਕਦਾ ਹੈ। ਮੁੱਦੇ ਤੇ ਜਿਹੜੇ ਵੀ ਆਉਣ ਸਾਹਮਣੇ ਉਹ ਵਿਚਾਰੇ ਜਾਂਦੇ ਹੁੰਦੇ ਨੇ ਮੀਟਿੰਗਾਂ ਦੇ ਵਿੱਚ, ਫੈਸਲੇ ਜਿਹੜੇ ਨੇ ਉਹ ਸਾਰਿਆਂ ਦੀ ਸਹਿਮਤੀ ਨਾਲ। ਪਰ ਜੇ ਸਰਕਾਰ ਦੇ ਕੋਲ ਇੰਨੇ ਦਿਨਾਂ ਦਾ ਵੀ ਕੋਲਾ ਨਹੀਂ, ਜਾਂ ਸਰਕਾਰ ਦੇ ਕੋਲੇ ਹੋਰ ਪ੍ਰਬੰਧ ਨਹੀਂ, ਜਾਂ ਦੂਸਰੇ ਤੇ ਨੇ, ਫਿਰ ਅਸੀਂ ਰੋਕੀਆਂ ਨਹੀਂ ਤੇ ਕੇਵਲ ਟ੍ਰੇਨਾਂ ਹੀ ਰੋਕੀਆਂ ਨੇ ਨਾ। ਬਾਕੀ ਜਿਹੜੇ ਰੋਡ ਨੇ ਉਹ ਤਾਂ ਚੱਲ ਰਹੇ ਨੇ ਨਾ। ਰੋਡਾਂ ਦੇ ਰਾਹੀਂ ਹਰ ਚੀਜ਼ ਜਿਹੜੀ ਆ, ਖਾਦਾਂ ਨੇ ਜਾਂ ਕੋਇਲਾ ਹੈ ਜਾਂ ਕੋਈ ਵੀ ਚੀਜ਼ ਆ, ਜਾਂ ਇੱਧਰੋਂ ਪੰਜਾਬ ਦੇ ਵਿੱਚੋਂ ਕੋਈ ਬਾਸਮਤੀ ਦੀ ਗੱਲ ਹੈ ਜੋ ਉਹ ਬਾਹਰ ਜਾਣੀਆਂ, ਜਾਂ ਕਣਕਾਂ ਦੇ ਇਹਨਾਂ ਨੇ ਸਟਾਕ ਖਾਲੀ ਕਰਨੇ ਨੇ ਉਹ ਬਾਹਰ ਜਾਣੇ ਨੇ, ਤੇ ਉਹ ਸਾਰੇ ਰੋਡਾਂ ਦੇ ਰਾਹੀਂ ਜਾ ਸਕਦੇ ਨੇ। ਇਸੇ ਤਰ੍ਹਾਂ ਜੇ ਆਰਮੀ ਵਾਸਤੇ ਕੋਈ ਉਹਨਾਂ ਨੇ ਇੱਧਰ ਕੋਈ ਸਮਾਨ ਇੱਧਰ ਬਾਰਡਰ ਦੇ ਉੱਤੇ ਲਿਆਉਣਾ ਹੈ, ਜਾਂ ਜੰਮੂ ਕਸ਼ਮੀਰ ਦੇ ਵਿੱਚ ਉੱਥੋਂ ਵਾਸਤੇ ਕੋਈ ਰਾਸ਼ਨ ਹੈ ਜਾਂ ਹੋਰ ਚੀਜ਼ਾਂ ਜਾਣੀਆਂ ਨੇ, ਉਹ ਸਾਰੀਆਂ ਸੜਕ ਦੇ ਰਾਹੀਂ ਜਾ ਸਕਦੀਆਂ ਨੇ। ਟਰਾਂਸਪੋਰਟ ਤਾਂ ਅਸੀਂ ਨਹੀਂ ਰੋਕੀ, ਕੇਵਲ ਟ੍ਰੇਨਾਂ ਹੀ ਰੋਕੀਆਂ ਨੇ ਨਾ। ਇਹਦੇ ਨਾਲ ਹੀ ਕੀ ਤੁਹਾਡੀਆਂ ਦੇਸ਼ ਦੀਆਂ, ਇੰਡੀਆ ਦੀ ਹੋਰ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਹੋਈ ਹੈ? ਕੁਝ ਕਿਸਾਨ ਇਹ ਕਹਿ ਰਹੇ ਕਿ 5 ਤਰੀਕ ਨੂੰ ਪੂਰਾ ਦੇਸ਼ ਦਾ ਚੱਕਾ ਜਾਮ ਕੀਤਾ ਜਾਊਗਾ। ਇਹ ਤਾਂ ਤੁਹਾਡੇ ਸਾਹਮਣੇ ਹੈ ਕਿ ਜੇਕਰ 5 ਨਵੰਬਰ ਦਾ ਪੂਰੇ ਦੇਸ਼ ਨੂੰ ਚੱਕਾ ਜਾਮ ਕਰਨ ਦੀ ਜਿਹੜੀ ਕਾਲ ਦਿੱਤੀ ਗਈ ਆ, ਇਹ ਸਮੁੱਚੇ ਦੇਸ਼ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੀ ਆਪਸੀ ਸਹਿਮਤੀ ਆ, ਉਹ ਸਾਡੇ ਨਾਲ ਨੇ ਤੇ ਤਾਂ ਹੀ ਕੀਤਾ ਗਿਆ। ਬਿਲਕੁਲ ਉਹ ਸਾਰੀ ਗੱਲਬਾਤ ਜਿਹੜੀ ਆ ਉਹ ਇਹਨਾਂ ਦੀ ਸਾਰੀ ਚੱਲ ਰਹੀ ਆ, ਸਾਰਾ ਕੁਝ ਹੋ ਰਿਹਾ, ਸਾਰਾ ਠੀਕ ਚੱਲ ਰਿਹਾ। ਤੇ ਬਾਕੀ ਮੈਂ ਇੱਕ ਗੱਲ ਕਰਨੀ ਚਾਹਾਂਗਾ ਕਿ ਜਿਹੜੀ ਮੇਰੇ ਤੋਂ ਪਹਿਲਾਂ ਤੁਹਾਨੂੰ ਸਾਰੀ ਗੱਲਬਾਤ ਜਿਹੜੀ ਆ ਉਹ ਲੀਡਰ ਸਾਹਿਬਾਨਾਂ ਨੇ ਦੱਸੀ, ਮੈਂ ਦੱਸਣਾ ਚਾਹੁੰਦਾ ਆਪਣੀ ਜ਼ਿੰਦਗੀ ਦੇ ਤਜਰਬੇ ਚੋਂ ਕਿ ਕੇਂਦਰ ਦੇ ਵਿੱਚ ਸਰਕਾਰ ਹੋਵੇ ਕਾਂਗਰਸ, ਕੇਂਦਰ ਦੇ ਵਿੱਚ ਸਰਕਾਰ ਹੋਵੇ ਬੀਜੇਪੀ ਜਾਂ ਕਿਸੇ ਹੋਰ, ਉਹ ਪੰਜਾਬ ਦੇ ਪ੍ਰਤੀ ਜਿਹੜਾ ਹੈ ਉਹਨਾਂ ਦੇ ਮਨ ਦੇ ਵਿੱਚ ਇੱਕੋ ਗੱਲ ਹੈ ਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਹਰ ਕਿਸਮ ਦੇ ਜਿਹੜੇ ਨੇ ਐਜੀਟੇਸ਼ਨ ਇਹੀ ਕਰਦੇ ਨੇ। ਬਾਕੀ ਤਾਂ ਜਿਹੜੇ ਲੋਕ ਨੇ ਉਹ ਬਾਅਦ ਚੋਂ ਨੇ। ਉਹ ਜਿਸ ਤਰ੍ਹਾਂ 1982 ਦੇ ਵਿੱਚ ਵੀ ਜਿਹੜਾ ਧਰਮਯੁੱਧ ਮੋਰਚਾ ਲੱਗਾ ਸੀ, ਉਹ ਵੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਵੱਧ ਗੱਲ ਸੀ, ਲੇਕਿਨ ਉਸ ਮੋਰਚੇ ਨੂੰ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਤਾਰਪੀੜੋ ਕਰਕੇ ਤੇ ਉਹ ਕਿੱਧਰ ਨੂੰ ਲੈ ਗਏ ਉਹ ਤੁਹਾਡੇ ਸਾਹਮਣੇ। ਅਸੀਂ ਇਹ ਸਮਝਦੇ ਹਾਂ, ਜੋ ਮੇਰੀ ਸੋਚ ਹੈ ਕਿ ਇਹ ਜਿਹੜੇ ਇਸ ਟਾਈਮ ਦੇ ਉੱਤੇ ਮੋਦੀ ਸਰਕਾਰ ਹੈ, ਜਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਵਿੱਚ ਕੇਂਦਰੀ ਮੰਤਰੀਆਂ ਨੂੰ ਸਾਡੇ ਇਸ ਐਜੀਟੇਸ਼ਨ ਨੂੰ ਜਿਹੜਾ ਹੈ ਉਹ ਸਾਜ਼ਿਸ਼ ਕਰਨ ਵਾਸਤੇ ਇੱਥੇ ਭੇਜ ਰਹੇ ਨੇ ਔਰ ਰੈਲੀਆਂ ਕਰਾ ਰਹੇ ਨੇ, ਇਹ ਆਪਸ ਵਿੱਚ ਲੋਕਾਂ ਦਾ ਟਕਰਾਓ ਇੱਕ ਪੈਦਾ ਕਰ ਰਹੇ ਨੇ। ਤੇ ਇਹਦੇ ਨਾਲ ਇਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਪਹਿਲੇ ਮੋਰਚੇ ਫੇਲ ਕੀਤੇ ਗਏ ਸੀ, ਇਹ ਵੀ ਮੋਰਚਾ ਜਿਹੜਾ ਫੇਲ ਇਹਨੂੰ ਕਿਸੇ ਤਰੀਕੇ ਨਾਲ ਫੇਲ ਕੀਤਾ ਜਾਏ। ਲੇਕਿਨ ਮੈਂ ਇਹ ਦੱਸ ਦੇਣਾ ਚਾਹੁੰਦਾ ਮੋਦੀ ਨੂੰ, ਬੀਜੇਪੀ ਤੇ ਸਮੁੱਚੀਆਂ ਇਹ ਜਿਹੜੀਆਂ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਮੋਦੀ ਨਾਲ ਚੱਲ ਰਹੀਆਂ ਨੇ ਤੇ ਜਿਹੜੀਆਂ ਦੂਸਰੀਆਂ ਵੀ ਨੇ, ਉਹਨਾਂ ਨੂੰ ਵੀ ਇਹ ਹੈ ਕਿ ਜੋ ਪਿਛਲੇ ਸਮੇਂ 'ਚ ਹੋਇਆ ਉਹ ਹੋਇਆ, ਲੇਕਿਨ ਇਸ ਵਾਰੀ 82 ਦੇ ਵਿੱਚ ਤੇ ਇਹਨਾਂ ਨੇ ਹੋਰ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਤੇ ਉਹਦੇ ਵਿੱਚ ਕਹਿਤਾ ਜੀ ਇੱਥੇ ਅੱਤਵਾਦ, ਆਤੰਕਵਾਦ, ਫਲਾਣਾ ਟਿਮਕਾ ਇਹ ਹੋ ਰਿਹਾ, ਫਲਾਣੇ ਦਾ ਕਤਲ ਹੋ ਰਿਹਾ, ਦੂਸਰੇ ਦਾ ਕਤਲ ਹੋ ਰਿਹਾ। ਪਰ ਇਸ ਵਾਰੀ ਅਸੀਂ ਬੜੀ ਸੰਜੀਦਗੀ ਦੇ ਨਾਲ ਸਾਡੇ ਛੋਟੇ ਵਰਕਰ ਤੋਂ ਲੈ ਕੇ ਤੇ ਸੀਨੀਅਰ ਲੀਡਰ ਤੋਂ ਲੈ ਕੇ ਛੋਟੇ ਵਰਕਰ ਤੱਕ, ਆਮ ਕਿਸਾਨ ਤੱਕ ਇੱਕੋ ਇੱਕ ਸੋਚ ਹੈ ਕਿ ਅਸੀਂ ਕਿਸੇ ਵੀ ਕਿਸਮ ਦੀ ਇੱਥੇ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ, ਕਿਸੇ ਦੇ ਨਾਲ ਕੋਈ ਮਾੜੀ ਚੰਗੀ ਜਿਹੜੀ ਆ ਉਹ ਗੱਲਬਾਤ ਨਹੀਂ ਕਰਨੀ, ਐਸੇ ਹਾਲਾਤ ਨਹੀਂ ਪੈਦਾ ਕਰਨੇ ਕਿ ਸਰਕਾਰ ਨੂੰ ਇਹ ਮੌਕਾ ਮਿਲੇ ਕਿ ਇਹਨਾਂ ਲੋਕਾਂ ਨੇ ਜੀ ਇਸ ਤਰ੍ਹਾਂ ਕੀਤਾ, ਇਹ ਹੁੱਲੜਬਾਜ਼ੀ ਕਰਦੇ ਨੇ, ਹਿੰਸਕ ਰੂਪ ਧਾਰ ਗਏ ਨੇ, ਜਿਸ ਕਰਕੇ ਸਾਹਮਣਾ ਕਰਨਾ ਪਿਆ। ਅਸੀਂ ਬਹੁਤ ਹੀ ਸੰਜੀਦਗੀ ਦੇ ਨਾਲ, ਦੂਰਅੰਦੇਸ਼ੀ ਦੇ ਨਾਲ, ਦਿਮਾਗ ਤੋਂ ਕੰਮ ਲੈ ਕੇ ਇਹ ਮੋਰਚਾ ਚਲਾ ਰਹੇ ਹਾਂ। ਔਰ ਇਹ ਮੋਰਚਾ ਜਿਹੜਾ ਹੈ ਇਸ ਟਾਈਮ ਤੇ ਇਹ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ, ਇਹ ਸਮੁੱਚੇ ਵਰਗਾਂ ਦਾ, ਸਮੁੱਚੇ ਦੇਸ਼ ਦਾ ਹੈ। ਔਰ ਇੱਥੇ ਜਿਹੜੀਆਂ ਸਮੁੱਚੇ ਸੰਸਾਰ ਦੇ ਲੋਕਾਂ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ ਔਰ ਸਾਡੇ ਨਾਲ ਹਮਦਰਦੀ ਉਹਨਾਂ ਲੋਕਾਂ ਦੀ। ਸੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਮੋਰਚਾ ਇਸ ਵਾਰੀ ਉਤਰਾ ਨਹੀਂ ਹੋਗਾ, ਤੇ ਜੇ ਤੁਸੀਂ ਕੋਈ ਇਸ ਤਰ੍ਹਾਂ ਦੀ ਢੰਗ ਨਾਲ ਮੋਰਚਾ ਚੱਲੇਗਾ ਔਰ ਸਾਨੂੰ ਇਸ ਚੀਜ਼ ਦਾ ਵੀ ਖਦਸ਼ਾ ਹੈ ਕਿ ਇਹ ਸਾਡੇ ਮੋਰਚੇ ਨੂੰ ਫੇਲ ਕਰਨ ਵਾਸਤੇ ਜਾਂ ਕੋਈ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਇੱਥੇ ਕਰਨੇ ਕਰ ਰਹੇ ਨੇ, ਇਹ ਸੂਬਾ ਜਿਹੜੀ ਆ ਇਹ ਜਿਹੜੀ ਇੱਥੇ ਸੂਬਾ ਸਰਕਾਰ ਹੈ ਉਹ ਇੱਥੇ ਗਵਰਨਰੀ ਰਾਜ ਵੀ ਲਿਆ ਸਕਦੇ ਆ, ਇਹ ਸਰਕਾਰ ਨੂੰ ਡਿਸਮਿਸ ਵੀ ਕਰ ਸਕਦੇ ਆ, ਇਹ ਕੁਝ ਵੀ ਕਰ ਸਕਦੇ ਨੇ। ਲੇਕਿਨ ਕਿਸਾਨ ਜਿਹੜਾ ਉਹ ਬਹੁਤ ਹੀ ਸੰਜੀਦਗੀ ਦੇ ਨਾਲ ਚੱਲ ਰਿਹਾ। ਅਸੀਂ ਇਸ ਵਾਰੀ ਆਰ ਪਾਰ ਦੀ ਲੜਾਈ ਲੜ ਰਹੇ ਹਾਂ। ਇਹ ਨਹੀਂ ਹੈਗਾ ਕਿ ਸਾਡੇ ਵੱਡ ਵਡੇਰੇ ਵੀ ਜਿਹੜੇ ਸੀ ਉਹ ਲੜਾਈਆਂ ਲੜਦੇ ਰਹੇ ਤੇ ਧਰਨੇ ਲਾਉਂਦੇ ਰਹੇ ਜਾਂ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨਾਲ ਮੋਰਚੇ ਲੜਾਈਆਂ ਲੜਦੇ ਰਹੇ ਤੇ ਉਸ ਤੋਂ ਬਾਅਦ ਉਹ ਵਿਰਾਸਤ ਵਿੱਚ ਸਾਨੂੰ ਦੇ ਗਏ ਤੇ ਅਸੀਂ ਵੀ ਧਰਨੇ ਲਾਈ ਜਾਈਏ। ਤੇ ਕੀ ਅਸੀਂ ਵੀ ਆਪਣੇ ਬੱਚਿਆਂ ਨੂੰ ਇਹੋ ਕੁਝ ਦੇਣਾ? ਨਹੀਂ, ਅਸੀਂ ਹੁਣ ਇਸ ਟਾਈਮ ਦੇ ਉੱਤੇ ਆਪਣੇ ਬੱਚਿਆਂ ਨੂੰ ਕੋਈ ਐਸਾ ਰਸਤਾ ਅਖਤਿਆਰ ਕਰਕੇ ਦੇਣਾ, ਉਹਨਾਂ ਦੇ ਹੱਕਾਂ ਵਾਸਤੇ ਐਸੀ ਲੜਾਈ ਲੜਨੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੜਕਾਂ ਦੇ ਉੱਤੇ ਅਸੀਂ ਬੈਠ ਰਹੇ ਹਾਂ ਜਾਂ ਟ੍ਰੇਨ ਬੈਠੇ ਉਹਨਾਂ ਨੂੰ। ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਕੀ ਕਹਿਣਾ ਚਾਹ? ਜਿਹੜੀ ਤੁਸੀਂ ਕਿਹਾ ਨਾ ਵੀ 5 ਉਸ ਨੂੰ ਅਕਤੂਬਰ ਨੂੰ
ਆਮ ਬੰਦ ਹੋ ਰਿਹਾ ਹੈ ਦੂਸਰੀਆਂ ਜਥੇਬੰਦੀਆਂ ਨਾਲ। ਦੇਸ਼ ਦੀਆਂ 240 ਜਥੇਬੰਦੀਆਂ ਦੇਸ਼ ਪੱਧਰ ਤੇ ਇਕੱਠੀਆਂ ਹੋਈਆਂ 240 ਜਥੇਬੰਦੀਆਂ ਉਹ ਵੀ ਸਾਰੀਆਂ ਇਸ ਮੋਰਚੇ ਦੇ ਦੌਰਾਨ ਹੈ। ਔਰ ਕੁਝ ਹੋਰ ਜਥੇਬੰਦੀਆਂ ਜੋ ਵੱਖ-ਵੱਖ ਕੰਮ ਕਰਦੀਆਂ ਉਹਨਾਂ ਸਾਰੀਆਂ ਨਾਲ ਤਾਲਮੇਲ ਕੀਤਾ। ਆਉਣ ਵਾਲੇ ਦਿਨਾਂ 'ਚ ਹਰਿਆਣੇ 'ਚ ਜਾਂ ਦਿੱਲੀ 'ਚ ਦੇਸ਼ ਦੀਆਂ ਜੋ ਟੋਟਲ ਕਿਸਾਨ ਜਥੇਬੰਦੀਆਂ ਵੱਖ-ਵੱਖ ਤੌਰ ਤੇ ਕੰਮ ਕਰਦੇ ਉਹ ਸਾਰੀਆਂ ਨੂੰ ਇਕੱਠਿਆਂ ਕਰਕੇ ਉਹ 5 ਨਵੰਬਰ ਦਾ ਸੱਦਾ ਉਹਨਾਂ ਦਾ ਸਾਰਿਆਂ ਦਾ ਸਾਂਝਾ ਹੋਣਾ ਹੈ। ਉਹਨਾਂ ਨੇ ਦੇਸ਼ ਦੀਆਂ ਬਾਕੀ ਜਥੇਬੰਦੀਆਂ ਹੋ ਚੁੱਕੀ ਹੈ ਤੇ ਉਹਨਾਂ ਦੀ ਮੀਟਿੰਗ ਹੋਣੀ ਹੈ, ਚਾਹੇ ਉਹ ਇਹਨਾਂ ਦਿਨ ਹਫ਼ਤੇ 2 ਹਫ਼ਤਿਆਂ 'ਚ ਹੋ ਜਾਣੀ ਹੈ, ਚਾਹੇ ਹਰਿਆਣੇ 'ਚ ਹੋਵੇ ਚਾਹੇ ਚੰਡੀਗੜ੍ਹ ਦਿੱਲੀ 'ਚ ਹੋਵੇ, ਉਹ ਤੈਅ ਹੋ ਚੁੱਕੀ ਹੈ। ਉਹਨਾਂ ਦੇ ਸਾਰਿਆਂ ਦਾ ਸਾਂਝਾ ਹੀ ਸੱਦਾ ਹੈ। ਉਸ ਦਿਨ 6 ਘੰਟੇ ਦਾ ਘੱਟੋ ਘੱਟ ਬੰਦ ਹੋਣਾ ਹੈਗਾ 5 ਨਵੰਬਰ ਦੇ ਉੱਤੇ। ਉਹ ਸਾਰਿਆਂ ਦੇ ਸਾਂਝਾ ਹੋਣਾ, ਸਾਰੀਆਂ ਜਥੇਬੰਦੀਆਂ। ਕੋਈ ਵੀ ਐਸੀ ਜਥੇਬੰਦੀ ਨਹੀਂ ਹੋਊ ਜਿਹੜਾ ਮਤਲਬ ਉਹਦੇ ਵਿੱਚ ਸ਼ਾਮਲ ਨਾ ਹੋਵੇ। ਉਹ ਜਿਹੜਾ ਬੰਦ ਆ ਉਹ ਟ੍ਰੇਨਾਂ ਬੰਦ ਕੀਤੀਆਂ ਜਾਣਗੀਆਂ, ਰੋਡ ਬਲੌਕ ਨਹੀਂ, ਉਹਦਾ ਰੋਡ ਬੰਦ ਕਰਨ ਦਾ ਮਤਲਬ ਹੋਇਆ ਸਾਰੇ ਦੇਸ਼ ਦੇ ਵਿੱਚ, ਕਿਉਂਕਿ ਜਿਹੜਾ ਕਿਸਾਨ ਹੈ ਸਾਰੇ ਦੇਸ਼ ਦਾ ਅਸੀਂ ਚਾਹੁੰਦੇ ਹਾਂ ਵੀ ਉਹ ਇਕੱਠਾ ਹੋ ਕੇ ਲੜੇ। ਜਿਹੜਾ ਇਹ ਪ੍ਰਚਾਰ ਕੀਤਾ ਜਾਂਦਾ ਹੈ ਵੀ ਜਿਹੜੀ MSP ਹੈ ਉਹਦਾ 6% ਲੋਕ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ, ਉਹ ਇਹ ਨਹੀਂ ਦੱਸਦੇ ਵੀ 6% ਨੂੰ ਫਾਇਦਾ ਕਿਉਂ ਹੋ ਰਿਹਾ ਹੈਗਾ। ਕਿਉਂਕਿ ਜੇ ਪੰਜਾਬ ਦੇ ਵਿੱਚ ਸਰਕਾਰੀ ਖਰੀਦ ਹੈ ਤਦ ਹੀ ਹੈ, ਦੂਸਰੇ ਥਾਵੇਂ ਸਰਕਾਰੀ ਖਰੀਦ ਨਹੀਂ। ਅਸੀਂ ਤਾਂ ਇਸ ਗੱਲ ਦੀ ਮੰਗ ਕਰਦੇ ਵੀ ਉਹ ਸਰਕਾਰੀ ਖਰੀਦ ਸਾਰੇ ਦੇਸ਼ ਦੇ ਵਿੱਚ ਹੋਣੀ ਚਾਹੀਦੀ ਹੈ। ਜੇ ਬਾਹਰ ਬਿਹਾਰ ਵਰਗੇ ਸੂਬਿਆਂ 'ਚ MSP ਨਹੀਂ ਹੈਗੀ ਤਾਂ ਉੱਥੇ 10 ਕਿੱਲੇ ਦਾ ਕਿਸਾਨ ਸਾਡੇ 4 ਕਿੱਲੇ ਵਾਲੇ ਕਿਸਾਨ ਕੋਲੇ ਆ ਕੇ ਕੰਮ ਕਰਦਾ ਹੈਗਾ। ਉਹ ਤਾਂ ਉੱਥੋਂ ਦੀ ਆ ਕੇ ਜੀਰੀ ਸਾਡੇ ਪੰਜਾਬ ਦੇ ਵਿੱਚ ਯੂਪੀ ਦੀ ਆ ਕੇ ਵਿਕ ਰਹੀ ਹੈ। ਉਹਦਾ ਕਾਰਨ ਹੀ ਹੈ ਵੀ ਉੱਥੇ ਖੁੱਲੀ ਮੰਡੀ 'ਚ ਸਸਤੀ ਖਰੀਦ ਕੇ ਇੱਥੇ ਵੇਚੀ ਜਾ ਰਹੀ ਹੈ। ਇਸ ਲਈ ਟੋਟਲ ਕਿਸਾਨਾਂ ਨੂੰ ਇਕੱਠੇ ਕਰਕੇ ਇਸ ਲੜਾਈ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀਆਂ ਕਿਸਾਨ ਜਿਹੜੇ ਹਰ ਤਰ੍ਹਾਂ ਦੇ ਮਤਭੇਦ ਭੁਲਾ ਕੇ ਕਿਸਾਨਾਂ ਦੇ ਜਥੇਬੰਦੀਆਂ ਇੱਕ ਝੰਡੇ ਥੱਲੇ ਆ ਕੇ ਆਪਣੇ ਇਸ ਕਿੱਤੇ ਨੂੰ ਬਚਾਉਣ ਲਈ ਲੜ ਰਹੇ ਹੈਗੇ। ਸੋ ਦੇਸ਼ ਦੇ ਕਿਸਾਨ ਫਸਲਾਂ ਨੂੰ ਲਟਾਉਣਗੇ, ਕਿਵੇਂ ਜ਼ਮੀਨਾਂ ਨੂੰ ਹੜੱਪਣਗੇ, ਕਿਵੇਂ ਫੈਡਰਲ ਢਾਂਚੇ ਦੇ ਵਿਰੋਧੀ ਥੋੜੀ ਮੋਟੀ ਸ਼ਾਰਟ ਹੋਈ, ਪਰ ਮੇਨ ਇਹ ਹੋਈ ਹੈ ਵੀ ਤੁਸੀਂ ਉਹਦਾ ਜਵਾਬ ਦਿਓ। ਉਹਦਾ ਸੋ ਜਵਾਬ ਦੇਣ ਤੋਂ ਹਟਾਲਦੇ ਰਹੇ, ਖੱਬੇ ਸੱਜੇ ਹੋਰ ਗੱਲਾਂ ਕਰਦੇ ਰਹੇ ਵੀ ਅਸੀਂ सेतु का काम करेंगे, ਅਸੀਂ पुल का काम करेंगे किसानों और सरकार के विचकार, ऐसी बातें करते रहे। पर जो मेन क्वेश्चन था किसान जथेबंदियों का, उसका जवाब नहीं दिता, ਜਿਹਦੇ ਕਰਕੇ ਫਿਰ ਅਸੀਂ ਵਾਕਆਊਟ ਕੀਤਾ। ਵਾਕਆਊਟ ਕਰਕੇ ਜਿਹੜਾ ਹੈਗਾ ਨਾਅਰੇ ਲਗਾ ਕੇ ਬਾਹਰ ਪ੍ਰੈਸ ਨੂੰ ਮਿਲ ਕੇ ਤੇ ਅਸੀਂ ਐਲਾਨ ਕਰਤਾ ਵੀ 15 ਤਰੀਕ ਨੂੰ ਮੀਟਿੰਗ ਕਰਾਂਗੇ। ਕੱਲ ਨੂੰ 15 ਸਾਰੀਆਂ ਕਿਸਾਨ ਜਥੇਬੰਦੀਆਂ ਦੀ ਉਹਦੇ ਵਿੱਚ ਜਿਹੜੀ ਘੋਲ ਦੀ ਅਗਲੀ ਰੂਪਰੇਖਾ ਤਿਆਰ ਕੀਤੀ ਜਾਊਗੀ ਤੇ ਘੋਲ ਤੇਜ਼ ਕੀਤਾ ਜਾਊਗਾ। ਗਿਆ ਜਾਨੀ ਕਿ ਤੁਹਾਡੇ ਨਾਲ ਕੋਈ ਲੜ ਸਿਰਾ ਨਹੀਂ ਫੜਾਇਆ ਗਿਆ, ਸਿਰਫ ਆਪਣੀਆਂ ਗੱਲਾਂ ਦੱਸਦੇ ਰਹੇ ਹੋ। ਕੋਈ ਲੜ ਸਿਰਾ ਨਹੀਂ ਫੜਾਇਆ ਗਿਆ ਜੀ, ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ। ਸਿਰਫ ਆਪਦੀ ਉਹੀ ਉਹਨਾਂ ਦਾ ਜਿਹੜੀ ਕਨਵਿੰਸ ਕਰਨ ਵਾਲਾ ਸੀਗਾ, ਸਾਨੂੰ ਸਮਝਾਉਣ ਵਾਲਾ ਸੀਗਾ, ਉਹੀ ਪੈਂਤੜਾ ਸੀਗਾ ਉਹਨਾਂ ਦਾ, ਉਹੀ ਸੈਕਟਰੀ ਐਗਰੀਕਲਚਰ ਸੀ, 1-2 ਉਹਦੇ ਨਾਲ ਹੋਰ ਸੈਕਟਰੀ ਸੀਗੇ। ਕੋਈ ਮੰਤਰੀ ਨਹੀਂ ਸੀਗਾ ਉਹਦੇ ਵਿੱਚ, ਨਾ ਖੇਤੀਬਾੜੀ ਮੰਤਰੀ ਸੀਗਾ ਨਾ ਦੂਸਰੇ ਮੰਤਰੀ ਸੀਗੇ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਉਹ ਸਿਰਫ ਫਾਰਮਲ ਮੀਟਿੰਗ ਸੀ। ਉਹਦਾ ਕੋਈ ਉਹਨਾਂ ਦਾ ਇਰਾਦਾ ਕੋਈ ਜਿਹੜਾ ਕਿਸੇ ਐਜੀਟੇਸ਼ਨ ਵਾਲੀ ਧਿਰ ਨਾਲ ਗੱਲਬਾਤ ਕਰਨ ਵਾਲਾ ਕੋਈ ਇਰਾਦਾ ਹੈ ਨਹੀਂ ਸੀਗਾ। ਕਿਸਾਨ ਹੁਣ ਇੱਥੇ ਪਹੁੰਚ ਚੁੱਕੇ, ਅਗਲੀ ਰਣਨੀਤੀ ਕੀ ਹੋਊਗੀ? ਦੇਖੋ ਜੀ, ਅੱਜ ਅਸੀਂ ਕੇਂਦਰ ਦੀ ਮੀਟਿੰਗ ਤੋਂ ਆਏ ਆ, ਜਿਹੜਾ ਸੱਦਾ ਸਾਨੂੰ ਪਹੁੰਚਿਆ ਸੀ ਕਿਸਾਨਾਂ ਨੂੰ। ਅੱਜ ਅਸੀਂ ਸਾਰੇ ਕਿਸਾਨ ਆਗੂ ਮੀਟਿੰਗ ਕਰਕੇ ਇੱਥੇ ਪਹੁੰਚੇ ਆ। ਸਵੇਰੇ 15 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਇਕੱਠੇ ਬੈਠ ਕੇ ਕਿਸਾਨ ਭਵਨ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ। ਜਿਹੜੀ ਰਣਨੀਤੀ ਹੋਵੇਗੀ ਉਹ ਕੱਲ ਨੂੰ ਤੁਹਾਨੂੰ ਜ਼ਰੂਰ ਦੱਸਾਂਗੇ। ਮਾਨਸਾ ਜੀ, ਇੱਕ ਗੱਲ ਦੱਸੋ, ਇੱਕ ਪਾਸੇ ਦਾ ਕੇਂਦਰ ਸਰਕਾਰ ਦੇ ਜੋ ਵਜ਼ੀਰ ਨੇ, ਮੰਤਰੀ ਨੇ, ਉਹ ਅੱਜ ਦਿੱਲੀ ਦੀ ਸਾਡੀ ਮੀਟਿੰਗ ਰਹੀ ਹੈ। ਇਹ ਮੀਟਿੰਗ ਬਿਲਕੁਲ ਮੈਂ ਤਾਂ ਇਹ ਕਹੂੰਗਾ ਕਿ ਸਰਕਾਰ ਨੇ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਮਜ਼ਾਕ ਬਣਾਇਆ ਹੈ। ਕੋਈ ਉਹਦੇ ਵਿੱਚ ਸੰਜੀਦਗੀ ਨਜ਼ਰ ਨਹੀਂ ਆਈ ਸਾਨੂੰ ਇਸ ਮੀਟਿੰਗ ਦੇ ਵਿੱਚ ਸਰਕਾਰ ਦੀ, ਕਿਉਂਕਿ ਇੱਕ ਪਾਸੇ ਤਾਂ ਦੇਖੋ ਦੇਸ਼ ਦੇ ਵਿੱਚ ਐਡਾ ਮਾਹੌਲ ਬਣਿਆ ਹੋਇਆ, ਲੋਕ ਲੜਾਈ ਲੜ ਰਹੇ ਨੇ ਲਗਾਤਾਰ, ਮਤਲਬ ਸੜਕਾਂ ਤੇ ਲਗਾਤਾਰ ਰੇਲਵੇ ਟਰੈਕ ਤੇ ਬੈਠੇ ਹੈ। ਔਰ ਅੱਜ ਮੀਟਿੰਗ ਜੇ ਆਈ ਹੈ ਔਰ ਇੱਕ ਪਾਸੇ ਕਿਸਾਨਾਂ ਨੂੰ ਮੀਟਿੰਗ ਤੇ ਸੱਦਿਆ ਗਿਆ ਔਰ ਦੂਸਰੇ ਪਾਸੇ ਸਾਰਾ ਦਾ ਸਾਰਾ ਮੰਤਰੀ ਮੰਡਲ ਅੱਜ ਫਿਰਦਾ ਕਿੱਥੇ ਆ? ਪੰਜਾਬ 'ਚ ਆਇਆ ਫਿਰਦਾ। ਕਿੱਡੀ ਮਤਲਬ ਬਚਕਾਨਾ ਕਾਰਵਾਈ ਹੈ ਉਹਨਾਂ ਦੀ ਕਿ ਕਿਸਾਨਾਂ ਨਾਲ ਗੱਲ ਕਰਨੀ ਸੀ ਕਿ ਉਹ ਇੱਥੇ ਚੰਡੀਗੜ੍ਹ ਦੇ ਵਿੱਚ ਜਦੋਂ ਸਾਰਾ ਪੰਜਾਬ ਦੇ ਵਿੱਚ ਸਾਰਾ ਮੰਤਰੀ ਮੰਡਲ ਇੱਥੇ ਆਇਆ ਫਿਰਦਾ ਹੈ, ਸਾਨੂੰ ਦਿੱਲੀ ਸੱਦਣ ਦਾ ਕੀ ਲੋੜ ਪੈ ਗਈ ਸੀ? ਇੱਥੇ ਮੀਟਿੰਗ ਕੀਤੀ ਜਾ ਸਕਦੀ ਸੀ, ਗੱਲਬਾਤ ਇੱਥੇ ਹੀ ਕੀਤੀ ਜਾ ਸਕਦੀ ਸੀ ਨਾ। ਔਰ ਇਹ ਗੱਲਬਾਤ ਦੇ ਵਿੱਚੋਂ ਸਾਨੂੰ ਐਂ ਲੱਗਿਆ ਵੀ ਉਹਨਾਂ ਨੇ ਇੱਕ ਤਰ੍ਹਾਂ ਦਾ ਮਜ਼ਾਕ ਕਰਨ ਵਾਲੀ ਗੱਲ ਕੀਤੀ ਹੈ। ਕੋਈ ਸੰਜੀਦਗੀ ਨਜ਼ਰ ਨਹੀਂ ਆਈ ਸਾਨੂੰ ਉਹਨਾਂ ਦੀ ਇਸ ਗੱਲ ਦੇ ਵਿੱਚੋਂ। ਔਰ ਉਹਦੇ ਵਿੱਚੋਂ ਜਦੋਂ ਗੱਲ ਸਾਡੀ ਸ਼ੁਰੂ ਹੋਈ ਹੈ ਉਸ ਵੇਲੇ ਹੀ ਅਸੀਂ ਜਾ ਕੇ ਉਹਨਾਂ ਨੂੰ ਮਤਲਬ ਜਦੋਂ ਰੱਖੀ ਆ ਗੱਲ, ਸਟਾਰਟਿੰਗ 'ਚ ਗੱਲ ਸਾਡੀ ਇੱਥੋਂ ਹੋਈ ਸੀ ਕਿ ਵੀ ਦੇਖੋ ਤੁਸੀਂ ਸਾਨੂੰ ਇੱਥੇ ਸੱਦਿਆ, ਸਾਡਾ ਮੰਤਰੀ ਮੰਡਲ ਸਾਰਾ ਭਾਰਤ ਸਰਕਾਰ ਦਾ ਪੰਜਾਬ ਦੇ ਵਿੱਚ ਫਿਰਦਾ ਹੈ, ਤਾਂ ਸਾਨੂੰ ਇੱਥੇ ਸੱਦਣ ਦਾ ਕੀ ਮਤਲਬ ਹੈ? ਸਾਡੇ ਨਾਲ ਇੱਥੇ ਜੇ ਕੋਈ ਉਹ ਬੰਦਾ ਆ ਕੇ ਗੱਲ ਕਰੇ, ਸੈਕਟਰੀ ਸਿੱਧੇ ਕੋਲੇ ਗੱਲ ਸੁਣਨ ਦੀ ਤਾਂ ਪਾਵਰ ਤਾਂ ਹੈਗੀ, ਸੁਣ ਲੂਗਾ,
ਲੇਕਿਨ ਉਹ ਸਾਡਾ ਕੋਈ ਫਾਇਦਾ ਤਾਂ ਕਰ ਨਹੀਂ ਸਕਦਾ। ਉਸ ਆਧਾਰ ਦੇ ਉੱਤੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡਾ ਮੰਗ ਪੱਤਰ ਲੈ ਲਓ, ਆਹ ਤੁਹਾਨੂੰ ਮੰਗ ਪੱਤਰ ਦਿੰਦੇ ਹਾਂ, ਅਸੀਂ ਜਾਂਦੇ ਹਾਂ, ਅਸੀਂ ਇੱਥੇ ਬੈਠਣ ਦਾ ਕੀ ਕੰਮ ਹੈ। ਤਾਂ ਉਸ ਪੁਆਇੰਟ ਦੇ ਉੱਤੇ ਆ ਕੇ ਉਹਨਾਂ ਦਾ ਚਾਰਾ ਆਇਆ ਸੀ ਵੀ ਨਹੀਂ ਤੁਸੀਂ ਬੈਠੋ, ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ। ਬਿਠਾ ਕੇ ਫਿਰ ਉਹਨਾਂ ਨੇ ਸ਼ੁਰੂ ਕੀ ਕੀਤੀ ਗੱਲ ਇਹ ਸ਼ੁਰੂ ਕੀਤੀ ਕਿ ਤੁਸੀਂ ਕਾਨੂੰਨ ਨੂੰ ਸਮਝੋ ਸਾਥੋਂ, ਵੀ ਕਾਨੂੰਨ ਬੜਾ ਫਾਇਦੇਮੰਦ ਹੈ। ਉੱਥੇ ਸਾਨੂੰ ਫਿਰ ਮਜਬੂਰੀ ਬਸ ਇਹ ਵੀ ਕਹਿਣਾ ਪਿਆ ਉਹਨਾਂ ਨੂੰ ਕਿ ਪੰਜਾਬ ਦੇ ਕਿਸਾਨ ਜਾਂ ਭਾਰਤ ਦੇ ਕਿਸਾਨ ਨੂੰ ਤੁਸੀਂ ਐਡਾ ਮੂਰਖ ਤੇ ਅਨਪੜ੍ਹ ਨਾ ਸਮਝੋ। ਭਾਰਤ ਦਾ ਵੀ ਅੱਜ ਨੌਜਵਾਨ ਪੜ੍ਹ ਚੁੱਕਿਆ ਹੈ, ਸਾਡੇ ਬਹੁਤ ਸਾਰੇ ਸਾਡੇ ਕੋਲੇ ਵਕੀਲ ਹੈਗੇ ਆ, ਬਹੁਤ ਸਾਰੇ ਸਾਡੇ ਬੱਚਿਆਂ ਨੇ PhDਆਂ ਕਰ ਲਈਆਂ, ਸਾਡੇ ਕੋਲੇ ਗਿਆਨ ਆ ਗਿਆ। ਹੁਣ ਕਿਸਾਨ ਉੱਡਾ ਅਨਪੜ੍ਹ ਨਹੀਂ ਰਿਹਾ, ਔਰ ਅਸੀਂ ਇਹਨੂੰ ਚੰਗੀ ਤਰ੍ਹਾਂ ਘੋਖ ਕੇ ਕਾਨੂੰਨ ਨੂੰ ਪੜ੍ਹ ਕੇ ਹੀ ਆਏ ਹਾਂ ਇੱਥੇ ਤੁਹਾਡੇ ਕੋਲੇ। ਇਸ ਕਰਕੇ ਤੁਹਾਡੀਆਂ ਇਹ ਗੱਲਾਂ ਬੇਕਾਰ ਹੈ, ਇਹ ਸਾਨੂੰ ਮਤ ਦੇਣ ਦੀ ਲੋੜ ਨਹੀਂ। ਸਾਡੀ ਬੇਨਤੀ ਨੂੰ ਮੰਨੋ ਕਿ ਇਸ ਕਾਨੂੰਨ ਨੂੰ ਰੱਦ ਕਰੋ। ਇਹਨੂੰ ਰੱਦ ਕੀਤੇ ਤੋਂ ਬਗੈਰ ਕੋਈ ਹੱਲ ਨਹੀਂ ਹੈ। ਇਹਨੂੰ ਰੱਦ ਕਰੋਗੇ ਤਾਂ ਇਹ ਅੰਦੋਲਨ ਰੁਕਣਗੇ, ਵਰਨਾ ਇਹ ਅੰਦੋਲਨ ਹੋਰ ਤੇਜ਼ ਹੋਣਗੇ। ਇਹ ਸਾਨੂੰ ਉੱਥੇ ਗੱਲਾਂ ਕਹਿਣੀਆਂ ਪਈਆਂ ਉਹਨਾਂ ਨੂੰ। ਔਰ ਅਖੀਰ ਫਿਰ ਜਦੋਂ ਉਹਨਾਂ ਨੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਪੱਲਾ ਨਹੀਂ ਫੜਾਇਆ, ਉੱਥੇ ਅਸੀਂ ਪੱਖ ਇਹ ਵੀ ਰੱਖਿਆ ਸੀ, ਇੱਕ ਗੱਲ ਪੁੱਛੀ ਸੀ ਉਹਨਾਂ ਤੋਂ ਵੀ ਅੱਜ ਲੜਾਈ ਇਕੱਲਾ ਪੰਜਾਬ ਨਹੀਂ ਲੜ ਰਿਹਾ, ਹਰਿਆਣਾ ਵੀ ਲੜ ਰਿਹਾ ਹੈ, UP ਦੇ ਵਿੱਚ ਵੀ ਮਾੜਾ ਮੋਟਾ ਅੰਦੋਲਨ ਹੋ ਰਿਹਾ ਹੈ, ਅੱਗੇ ਮੱਧ ਪ੍ਰਦੇਸ਼ 'ਚ ਅੰਦੋਲਨ ਹੋ ਰਿਹਾ, ਸਾਰੀਆਂ ਸਟੇਟਾਂ ਦੇ ਵਿੱਚ ਅੰਦੋਲਨ ਹੋ ਰਿਹਾ ਹੈ, ਸਾਡੇ ਗੁਜਰਾਤ 'ਚ ਅੰਦੋਲਨ ਹੋ ਰਿਹਾ ਹੈ, ਸਾਡੇ ਮਹਾਰਾਸ਼ਟਰ 'ਚ ਅੰਦੋਲਨ ਹੋ ਰਿਹਾ ਹੈ, ਕਰਨਾਟਕਾ, ਕੇਰਲਾ, ਤਾਮਿਲਨਾਡੂ ਸਾਰੀਆਂ ਸਟੇਟਾਂ ਦੇ ਵਿੱਚ ਅੰਦੋਲਨ ਹੋ ਰਿਹਾ ਹੈ। ਉਹਨਾਂ ਸਟੇਟਾਂ ਤੋਂ ਤਾਂ ਕਿਸਾਨ ਸੱਦਿਆ ਕੋਈ ਨਹੀਂ। ਕੀ ਇਹ ਸਾਰਾ ਮਸਲਾ ਇਕੱਲੇ ਪੰਜਾਬ ਦੇ ਕਿਸਾਨਾਂ ਨਾਲ ਹੱਲ ਹੋ ਜੂ? ਤਾਂ ਉਸ ਗੱਲ ਦੇ ਉੱਤੇ ਉਹਨਾਂ ਨੂੰ ਕੋਈ ਮਤਲਬ ਜਵਾਬ ਨਹੀਂ ਸੀਗਾ। ਤਾਂ ਜਦੋਂ ਸਾਡੀ ਗੱਲ ਇਹ ਆਉਂਦੀ ਸੀ ਕਿ ਵੀ ਸਾਡੇ ਨਾਲ ਜੇ ਗੱਲ ਤੁਸੀਂ ਕੋਈ ਉਹ ਬੰਦਾ ਲਿਆ ਕੇ ਬਿਠਾਓ ਸਾਡੇ ਨਾਲ ਜਿਹੜਾ ਸਾਡੇ ਇਹਨਾਂ ਮਸਲਿਆਂ ਦਾ ਹੱਲ ਕਰ ਸਕਦਾ ਹੋਵੇ, ਔਰ ਉਸ ਵੇਲੇ ਉਹ ਚੁੱਪ ਸੀ, ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ। ਤਾਂ ਫਿਰ ਉਸ ਵੇਲੇ ਫਿਰ ਮੀਟਿੰਗ ਦੇ ਵਿੱਚ ਬੈਠਣ ਦਾ ਕੋਈ ਤੁਕ ਨਹੀਂ ਬਣਦੀ ਸੀ। ਅਸੀਂ ਮੀਟਿੰਗ ਦੇ ਵਿੱਚੋਂ ਵਾਕਆਊਟ ਕਰਕੇ ਆਏ ਹਾਂ। ਤਾਂ ਹੁਣ ਦੇਖਦੇ ਹਾਂ ਕਿ ਕੀ ਹੁੰਦਾ, ਕਿ ਮਤਲਬ ਕੱਲ੍ਹ ਨੂੰ ਮੀਟਿੰਗ ਹੋਣੀ ਹੈ, ਮੀਟਿੰਗ ਦੇ ਵਿੱਚ ਫੈਸਲਾ ਲਵਾਂਗੇ ਅਗਲਾ ਕਿ ਅੰਦੋਲਨ ਨੂੰ ਕਿੱਧਰ ਨੂੰ ਲੈ ਕੇ ਚੱਲਣਾ ਸੀ। ਅੰਦੋਲਨ ਕੁਝ ਤਿੱਖਾ ਕੀਤਾ ਜਾਊਗਾ? ਦੇਖੋ ਤਿੱਖਾ ਤੇ ਆਪਣੇ ਆਪ ਹੀ ਹੋ ਜਾਣਾ ਹੈ, ਕਰਨ ਦੀ ਲੋੜ ਨਹੀਂ ਪੈਣੀ ਜਿੰਨਾ ਕਿ ਅਸੀਂ ਮਹਿਸੂਸ ਕਰ ਰਹੇ ਹਾਂ। ਅਸੀਂ ਇੱਕ ਕੌਲ ਦਿੱਤੀ ਹੋਈ ਹੈ ਕਿ ਜਿੱਥੇ ਵੀ BJP ਦੇ ਲੀਡਰ ਸਾਹਿਬਾਨ ਆਉਂਦੇ ਆ, ਇਹਨਾਂ ਨੂੰ ਘੱਟੋ ਘੱਟ ਅਹਿਸਾਸ ਕਰਵਾਓ ਕਾਲੀਆਂ ਝੰਡੀਆਂ ਨਾਲ ਕਿ ਲੋਕ ਤੁਹਾਡੇ ਫੈਸਲੇ ਦੇ ਖਿਲਾਫ ਆਏ। ਇਹਨਾਂ ਲੋਕਾਂ ਨੂੰ ਅੱਜ ਆਪ ਮੁਹਾਰੇ ਸਾਡੇ ਉੱਥੇ ਜਵਾਬ ਮਿਲਣ ਤੋਂ ਬਾਅਦ, ਸਾਡੇ ਵਾਕਆਊਟ ਕਰਕੇ ਆਉਣ ਤੋਂ ਬਾਅਦ ਲੋਕਾਂ ਨੇ ਆਪ ਮੁਹਾਰੇ ਜਿੱਥੇ ਵੀ ਇਹ ਮੀਟਿੰਗਾਂ ਕਰਨ ਗਏ ਆ, ਲੋਕਾਂ ਨੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ। ਹੁਣ ਇਹ ਕਿੱਡੇ ਬੁਖਲਾਟ ਦੇ ਵਿੱਚ ਨੇ, ਕੀ ਕੁਝ ਕਰ ਰਹੇ ਨੇ BJP ਵਾਲੇ। ਦੇਖੋ ਤੁਸੀਂ ਸਾਥੋਂ ਵੋਟਾਂ ਲਈਆਂ, ਅੱਗੇ ਵੋਟਾਂ ਦੀ ਉਮੀਦ ਰੱਖਦੇ ਹੋ, ਸਾਡੀ ਇੱਕ ਵੋਟ ਤੁਹਾਡੇ ਵਿੱਚ ਬੋਲ ਰਹੀ। ਅਗਰ ਕਿਤੇ ਤੁਸੀਂ MP ਬਣ ਕੇ ਬੈਠੇ ਹੋ ਨਾ, ਤੁਹਾਡਾ ਸਰੀਰ ਨਹੀਂ ਬੈਠਾ, ਸਾਡੀਆਂ ਵੋਟਾਂ ਬੈਠੀਆਂ। ਅਸੀਂ ਤੁਹਾਨੂੰ ਵੋਟਾਂ ਪਾ ਕੇ ਉੱਥੇ ਬਿਠਾਇਆ, ਸਾਡਾ ਰਾਈਟ ਆ ਤੁਹਾਡੇ ਤੇ। ਪੰਜਾਬ ਦੇ ਲੋਕਾਂ ਦਾ ਇੱਕ ਹੱਕ ਆ ਤੁਹਾਡੇ ਦੇ ਉੱਤੇ ਕਿ ਤੁਹਾਨੂੰ ਆਪਦੀ ਗੱਲ ਆਪਦੇ ਪੱਖ ਦੇ ਵਿੱਚ ਭੁਗਤਣ ਲਈ ਮਜਬੂਰ ਕਰਨ, ਔਰ ਉਹੀ ਅਸੀਂ ਮਤਲਬ ਪਾਰਟ ਪਲੇ ਕਰ ਰਹੇ ਹਾਂ ਕਿ ਤੁਸੀਂ ਸਾਡੇ ਵੱਲੋਂ ਵੋਟਾਂ ਲੈ ਕੇ ਗਏ ਹੋ, ਸਾਡੇ ਹੋ, ਇਸ ਕਰਕੇ ਸਾਡੇ ਪੰਜਾਬ ਦਾ ਪੱਖ ਰੱਖੋ। ਗਲਤ ਰੱਖ ਰਹੇ ਹੋ ਤੁਸੀਂ, ਔਰ ਇਹ ਉਸ ਗੱਲ ਦੇ ਵਿੱਚੋਂ ਮਤਲਬ ਵਾਜਿਦ ਨੇ ਆਪਦੀ ਪਾਰਟੀ ਦੇ ਮਤਲਬ ਹੁਕਮ ਦੇ ਉੱਤੇ, ਜਾਂ ਮੰਨ ਲਓ ਕਿ ਇਹਨਾਂ ਦੇ ਜਿਹੜਾ ਪਾਰਟੀ ਦੀ ਪਲਾਨਿੰਗ ਆ, ਜੋ ਫੈਸਲਾ ਹੈ ਕਿ ਭਾਰਤ ਦੀਆਂ ਜ਼ਮੀਨਾਂ ਜਿਹੜੀਆਂ ਜਾਇਦਾਦਾਂ ਜਿਹੜੀਆਂ ਉਹ ਕਾਰਪੋਰੇਟਸ ਨੂੰ ਦੇਣ ਦੀ ਇਹਨਾਂ ਦੀ ਤਿਆਰੀ ਹੈ, ਉਹਦੇ ਤੇ ਉਹ ਵਾਜਿਦ ਨੇ, ਉਹਦੇ ਤੇ ਉਹ ਸਾਰੇ ਹੀ ਇੱਕੋ ਗੱਲ ਤੇ ਲੱਗੇ ਹੋਣਾ। ਕੱਲ ਪਰਸੋਂ ਮਤਲਬ ਅੱਜ ਹੀ ਉਹਦਾ ਬਿਆਨ ਆਇਆ ਕਿ ਇਹਨਾਂ ਦਾ ਜਿਹੜਾ ਗਰੇਵਾਲ ਸਾਹਿਬ ਦਾ, ਉਹ ਕਹਿੰਦੇ ਵੀ ਅਸੀਂ ਤਾਂ ਇੱਥੇ ਇਸ ਲਈ ਫਿਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 117 ਦੀ 117 ਸੀਟਾਂ ਜਿੱਤਣੀਆਂ। ਇਹਦਾ ਮਤਲਬ ਅਨੁਮਾਨ ਲਾ ਕੇ ਦੇਖੋ ਵੀ ਪੰਜਾਬ ਪੂਰੇ ਭਾਰਤ ਇੱਕ ਅੱਗ 'ਚ ਬਲ ਰਿਹਾ ਹੈ। ਉਹਨਾਂ ਦੀ ਸੁਣਵਾਈ ਕਰਨ ਦਾ ਕੋਈ ਇੱਛਾ ਨਹੀਂ ਇਹਨਾਂ ਦੇ ਅੰਦਰ। ਆਉਣ ਵਾਲੇ ਸਮੇਂ ਦੇ ਵਿੱਚ ਆਪਦੀ ਇਲੈਕਸ਼ਨ ਦੀ ਤਿਆਰੀ ਹੈ, ਉਹ ਤਿਆਰੀ ਵਜੋਂ ਫਿਰ ਰਹੇ ਨੇ। ਲੋਕਾਂ ਦਾ ਕੋਈ ਦਰਦ ਨਹੀਂ, ਲੋਕ ਮਰਦੇ ਆ ਤਾਂ ਮਰਨ, ਯਾਨੀ ਇਹੋ ਇੰਨੀ ਕਿ ਸੰਜੀਦਗੀ ਇਹਨਾਂ ਦੀ ਨਜ਼ਰ ਆ ਰਹੀ ਹੈ। BJP ਵੱਲੋਂ ਇੱਕ 8 ਮੈਂਬਰੀ ਕਮੇਟੀ ਬਣਾਈ ਗਈ ਸੀਗੀ ਜੋ ਕਿਸਾਨਾਂ ਨਾਲ ਗੱਲਬਾਤ ਕਰੂਗੀ, ਕਿਸੇ ਨੇ ਕੀਤੀ ਗੱਲਬਾਤ ਤੁਹਾਡੇ ਨਾਲ ਜੋ ਪੰਜਾਬ ਨੇ ਕਮੇਟੀ ਬਣਾਈ ਸੀ? ਦੇਖੋ ਮੈਂ ਬੇਨਤੀ ਕਰਦਾ, ਅਸੀਂ ਇਹ ਗੱਲ ਉਹਨਾਂ ਦੀ ਜਿਹੜੀ ਹੈ ਕਿ ਅਸੀਂ ਚਾਹੁੰਦੇ ਸੀ ਸ਼ੁਰੂ ਤੋਂ ਹੀ ਕਿ ਅਸੀਂ ਗੱਲਬਾਤ ਕਰਨ ਤੋਂ ਕਦੇ ਵੀ ਜਥੇਬੰਦੀਆਂ ਨਹੀਂ ਭੱਜਦੀਆਂ ਹੁੰਦੀਆਂ। ਸਾਨੂੰ ਪਤਾ ਸਾਡੇ ਕੋਲ ਐਡਾ ਸਾਊਂਡ ਹੈ ਗੱਲ ਕਿ ਇਹ ਸਾਡੀ ਗੱਲ ਦੇ ਵਿੱਚ ਟਿਕ ਹੀ ਨਹੀਂ ਸਕਦੇ, ਸਾਡੀ ਗੱਲਬਾਤ ਦੇ ਸਾਹਮਣੇ ਨਹੀਂ ਟਿਕ ਸਕਦੇ। ਪਰ ਇਹਨਾਂ ਨਾਲ ਗੱਲਬਾਤ ਕਰਨ ਦਾ ਕੋਈ ਅਰਥ ਨਹੀਂ। ਸਾਡੇ ਨਾਲ ਗੱਲ ਉਹ ਕਰੇ, ਕਿਸੇ ਪੋਲੀਟੀਕਲ ਪਾਰਟੀ ਨਾਲ ਗੱਲ ਕਰਨ ਦਾ ਸਾਡਾ ਕੀ ਮਤਲਬ ਹੈ? ਅਸੀਂ ਕਿਉਂ ਅੱਜ ਤੇ ਮੋਹਰ ਲਵਾਈਏ ਵੀ ਕਿ ਫਲਾਨੀ ਪੋਲੀਟੀਕਲ ਪਾਰਟੀ ਨਾਲ ਗੱਲ ਕੀਤੀ? ਅਸੀਂ ਗੱਲ ਕਰਾਂਗੇ ਤਾਂ ਕਿਸੇ ਸੰਵਿਧਾਨਕ ਅਹੁਦੇਦਾਰ ਨਾਲ ਗੱਲ ਕਰਾਂਗੇ, ਉਹ ਸਾਡੇ ਨਾਲ ਗੱਲ ਕਰੇ ਜਿਹੜਾ ਸਾਡਾ ਕੋਈ ਫੈਸਲਾ ਕਰ ਸਕਦਾ ਹੋਵੇ, ਸਾਡਾ ਕੋਈ ਸਵਾਰ ਸਕਦਾ ਹੋਵੇ। ਔਰ ਉਹਦੇ ਵਿੱਚੋਂ ਅਸੀਂ ਸਮਝਦੇ ਸੀ ਵੀ ਕੋਈ ਮਿਨਿਸਟਰ ਬੈਠੇ, ਸਾਡਾ ਗਰੁੱਪ ਆਫ ਮਿਨਿਸਟਰੀ ਬੈਠੇ, ਕੋਈ ਅਥੋਰਾਈਜ਼ ਹੋਵੇ ਸਾਡੇ PM ਸਾਹਿਬ ਵੱਲੋਂ, ਲੇਕਿਨ ਉਹ ਉਹਨਾਂ ਨੇ ਮਤਲਬ ਹਜੇ ਤੱਕ ਇਹਦੇ ਤੇ ਕੋਈ ਸੰਜੀਦਗੀ ਨਜ਼ਰ ਨਹੀਂ ਆਈ। BJP ਨੇ ਪੰਜਾਬ ਦੀ ਕਮੇਟੀ ਬਣਾਈ ਆ, ਸਰਜੀਤ ਕੁਮਾਰ ਜਾਨੀ ਉਹਦੇ ਚੇਅਰਮੈਨ ਲਾਏ ਗਏ ਨੇ,
8 ਮੈਂਬਰੀ ਕਮੇਟੀ ਬਣਾਈ ਆ, ਉਹਨਾਂ ਨੇ ਕੋਈ ਕਿਸਾਨਾਂ ਨਾਲ ਗੱਲਬਾਤ ਕੀਤੀ? ਉਹ ਕਹਿ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਸਾਡੇ ਨਾਲ ਗੱਲਬਾਤ ਕਰ ਰਹੀਆਂ ਨੇ, ਸਹਿਮਤੀ ਹੋ ਰਹੀ ਆ। ਨਹੀਂ, ਮੈਨੂੰ ਨਹੀਂ ਲੱਗਦਾਗਾ ਕਿੱਥੇ ਕਿਹਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ। ਨਾ ਕੋਈ ਗੱਲਬਾਤ ਹੋਈ ਆ, ਨਾ ਕੋਈ ਗੱਲਬਾਤ ਹੋਣ ਦੀ ਕੋਈ ਗੱਲ ਹੈ। ਔਰ ਇਹਨਾਂ ਨਾਲ ਗੱਲਬਾਤ ਹੋਣੀ ਵੀ ਨਹੀਂ, ਮੈਨੂੰ ਜਿੱਥੇ ਤੱਕ ਮੈਨੂੰ ਪਤਾ ਹੈ। ਦੇਖੋ ਇਹਨਾਂ ਨਾਲ ਇਹ ਗੱਲਬਾਤ ਕਰਕੇ ਕੀ ਕਰਨਗੀਆਂ? ਅਸੀਂ ਕਹਿੰਦੇ ਵੀ ਮਿਨਿਸਟਰ ਕਿਉਂ ਨਹੀਂ ਇੱਥੇ? ਪੰਜਾਬ ਦੇ ਸਾਰੇ ਮਿਨਿਸਟਰ, ਭਾਰਤ ਦੀ ਮਿਨਿਸਟਰੀ ਸਾਰੀ ਪੰਜਾਬ 'ਚ ਅੱਜ ਲੋਕਾਂ ਨੂੰ ਸਮਝਾਉਣ ਵਾਸਤੇ ਜੇ ਆਈ ਹੈ ਕਿ ਇੱਕ ਨੁਕਤੇ ਦੀ ਗੱਲ ਸਮਝੋ, ਅਸੀਂ ਲੜਾਈ ਲੜ ਰਹੇ ਹਾਂ। ਜਿਹੜੇ ਲੋਕ ਲੜਾਈ ਲੜ ਰਹੇ ਆ, ਜਿਹੜੇ ਲੋਕ ਰੌਲਾ ਪਾ ਰਹੇ ਆ, ਸਭ ਤੋਂ ਪਹਿਲਾਂ ਆ ਕੇ ਸਮਝਾਉਣ ਦਾ ਫਰਜ਼ ਉਹਨਾਂ ਨੂੰ ਬਣਦਾ ਨਾ। ਔਰ ਅਸੀਂ ਸਾਰੇ ਕੱਲ੍ਹ ਦੇ ਚੰਡੀਗੜ੍ਹ ਦੇ ਵਿੱਚ ਬੈਠੇ ਹਾਂ, ਅੱਜ ਦਿੱਲੀ ਜਾ ਕੇ ਆਏ ਹਾਂ। ਸਾਡੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਸਮਝਦੇ, ਤੇ ਕਿਹਦੇ ਨਾਲ ਗੱਲ ਕਰ ਰਹੇ ਨੇ? ਕਿੱਥੇ ਫਿਰਦੇ ਨੇ ਉਹ ਲੋਕ ਗੱਲ ਕਰਨ ਨੂੰ? ਜੇ ਅਸੀਂ ਕਹਿੰਦੇ ਹਾਂ ਵੀ ਸਾਡੇ ਨਾਲ ਮੰਤਰੀ ਗੱਲ ਕਰਨ, ਤੇ ਇਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਗੱਲ ਕਰਨੀ, ਉਹਦੇ ਨਾਲ ਗੱਲ ਕਰੋ। ਇਹਦਾ ਮਤਲਬ ਈਗੋ ਆ ਨਾ, ਇਹਦਾ ਮਤਲਬ ਹਉਮੈ ਆ ਨਾ ਵੀ ਅਸੀਂ ਤਾਂ ਮਿਨਿਸਟਰ ਬਣ ਗਏ ਆ। ਉਹਨਾਂ ਨੂੰ ਇਹ ਤਾਂ ਮਹਿਸੂਸ ਕਰਨਾ ਚਾਹੀਦਾ, ਜੇ ਤੁਸੀਂ ਮਿਨਿਸਟਰ ਬਣੇ ਹੋ, ਸਾਡੀ ਇੱਕ ਵੋਟ ਨੇ ਪਹਿਲਾਂ ਤੁਹਾਨੂੰ ਐਮਪੀ ਬਣਾਇਆ ਹੈ, ਫਿਰ ਤੁਸੀਂ ਮਿਨਿਸਟਰ ਬਣੇ ਹੋ। ਤੁਸੀਂ ਆਪਣੇ ਆਪ ਮਿਨਿਸਟਰ ਜੰਮੇ ਨਹੀਂ, ਕਿਧਰੋਂ ਤੁਸੀਂ ਧਰਤੀ 'ਚੋਂ ਮਿਨਿਸਟਰ ਨਹੀਂ ਉੱਗੇ, ਜਾਂ ਤੁਹਾਨੂੰ ਆਪਣੇ ਆਪ ਕਿਸੇ ਨੇ ਮਤਲਬ ਖਿਤਾਬ ਨਹੀਂ ਦਿੱਤਾ ਵੀ ਤੁਸੀਂ ਮਿਨਿਸਟਰ ਹੋ। ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ, ਤੁਸੀਂ ਐਮਪੀ ਬਣੇ, ਐਮਪੀ ਬਣ ਕੇ ਤੁਸੀਂ ਜਿੱਤ ਕੇ ਗਏ ਹੋ, ਫਿਰ ਜਾ ਕੇ ਤੁਸੀਂ ਮਿਨਿਸਟਰ ਬਣੇ। ਇਸ ਕਰਕੇ ਲੋਕਾਂ ਦਾ ਤੁਹਾਡੇ 'ਤੇ ਹੱਕ ਹੈ, ਆਓ ਮੈਦਾਨ ਦੇ ਵਿੱਚ ਲੋਕਾਂ ਦੇ ਸਾਹਮਣੇ ਗੱਲ ਕਰੋ। ਪਰ ਸਾਨੂੰ ਕੀ ਪਤਾ ਲੱਗਦਾ ਹੈ ਕਿ ਅੱਜ ਲੋਕਾਂ ਦੀ ਦਲੀਲ ਹੈ, ਲੋਕਾਂ ਦਾ ਜਿਹੜੀ ਗੱਲ ਹੈ, ਉਹਦੇ ਸਾਹਮਣੇ ਇਹਨਾਂ ਦੇ ਖੜ ਕੇ ਗੱਲ ਕਰਨ ਦੀ ਹਿੰਮਤ ਨਹੀਂ। ਪੰਜਾਬ ਕੀ ਪੂਰੇ ਭਾਰਤ ਦਾ ਕਿਸਾਨ ਅੱਜ ਅੰਦੋਲਨ ਕਰ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਵੱਡੀ ਪੱਧਰ ਤੇ ਅੰਦੋਲਨ ਹੋਣਾ ਇਹਨੇ, ਬਹੁਤ ਵੱਡਾ ਵਿਸ਼ਾਲ ਰੂਪ ਧਾਰਨ ਕਰੂਗਾ ਇਹ ਅੰਦੋਲਨ, ਇੱਥੇ ਨਹੀਂ ਖੜਨਾ ਨਹੀਂ। ਕਿਸਾਨ ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਸਰਕਾਰ ਸੈਸ਼ਨ ਬੁਲਾਵੇ। ਹੁਣ ਪੰਜਾਬ ਸਰਕਾਰ ਇੱਕ ਦਿਨ ਦਾ ਸੈਸ਼ਨ ਬੁਲਾ ਰਹੀ 19 ਤਰੀਕ ਨੂੰ, ਕਿਵੇਂ ਦੇ? ਦੇਖੋ ਚੰਗੀ ਗੱਲ ਹੈ, ਮੈਂ ਕਹਿੰਦਾ ਵੀ ਦੇਰ ਆਏ ਦਰੁਸਤ ਵਾਲੀ ਗੱਲ ਹੈ। ਪੰਜਾਬ ਸਰਕਾਰ ਨੇ ਵੀ ਇੱਕ ਵਾਰੀ ਤਾਂ ਮਤਲਬ ਅਜਿਹਾ ਕੁਝ ਕਰਨਾ ਸ਼ੁਰੂ ਕਰਤਾ ਸੀਗਾ ਕਿ ਬਈ ਕਰੋਨਾ ਹੈ, ਜਿੰਨਾ ਚਿਰ ਕੋਵਿਡ-19 ਦਾ ਪ੍ਰਭਾਵ ਹੈ ਉਹਨਾਂ ਚਿਰ ਅਸੀਂ ਇਹ ਸੈਸ਼ਨ ਨਹੀਂ ਬੁਲਾ ਸਕਦੇ। ਤੋ ਇਹਨਾਂ ਨੂੰ ਵੀ ਸਾਨੂੰ ਮਤਲਬ ਆਪਦਾ ਨਾਰਾਜ਼ਗੀ ਜ਼ਾਹਰ ਕਰਨੀ ਪਈ, ਲੋਕਾਂ ਨੂੰ ਗੁੱਸਾ ਵਿਖਾਉਣਾ ਪਿਆ। ਔਰ ਇਹਨਾਂ ਨੇ ਮਤਲਬ ਲੋਕਾਂ ਦੇ ਗੁੱਸੇ ਨੂੰ ਮਹਿਸੂਸ ਕਰਕੇ ਜੇ ਕਰ ਰਹੇ ਹੈ ਤਾਂ ਚੰਗੀ ਗੱਲ ਹੈ। ਦੇਖਦੇ ਹਾਂ ਕੀ ਕਰਦੇ ਆ, ਮਤਲਬ ਉਸ ਸੈਸ਼ਨ ਦੇ ਵਿੱਚ ਕੀ ਫੈਸਲਾ ਲੈਂਦੇ। ਸਵਾਦ ਤਾਂ ਉੱਥੇ ਆਉਣਾ ਵੀ ਉਹਦੇ ਵਿੱਚੋਂ ਨਿਕਲਦਾ ਕੀ ਹੈ, ਕਿਵੇਂ ਲੋਕਾਂ ਦੀਆਂ ਅੱਖਾਂ ਪੂੰਝਦੇ ਆ। ਸਿੱਧੂਪੁਰ ਜੀ ਜਾਂਦੇ ਜਾਂਦੇ ਇਹ ਦੱਸ ਦਿਓ ਕਿ ਅੱਗੇ ਇਕੱਲੀ ਰਣਨੀਤੀ ਕੀ ਹੋਊਗੀ ਕਿਸਾਨ ਜਥੇਬੰਦੀਆਂ ਦੀ? ਦੇਖੋ ਸਾਫ਼ ਇੱਕ ਗੱਲ ਮੈਂ ਤੁਹਾਨੂੰ ਇਹ ਦੱਸਦਾ, ਇਹ ਲੜਾਈ ਉਹਨਾਂ ਚਿਰ ਨਹੀਂ ਰੁਕਣੀ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ। ਅੱਜ ਦੇਸ਼ ਦਾ ਬੱਚਾ ਮੈਦਾਨ ਦੇ ਵਿੱਚ ਉਤਰਿਆ ਹੋਇਆ ਹੈ, ਤਾਂ ਇਹ ਲੜਾਈ ਨੂੰ ਰੋਕਣਾ ਕਿਸੇ ਇੱਕ ਬੰਦੇ ਦੇ ਵੱਸ ਦਾ ਕੰਮ ਨਹੀਂ ਰਿਹਾ। ਇਹ ਤੇ ਸਰਕਾਰ ਨੂੰ ਟਿਕਾਣੇ ਆਉਣਾ ਹੀ ਪੈਣਾ ਹੈ। ਔਰ ਮੈਂ ਬੇਨਤੀ ਕਰੂੰਗਾ ਕਿ ਸਰਕਾਰ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਨਾ ਕਰੇ। ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਉਹ ਲੋਕਾਂ ਦੀ, ਜਨਤਾ ਦੀ ਮਾਂ-ਬਾਪ ਹੋਇਆ ਕਰਦੀਆਂ, ਤੇ ਮਾਂ-ਬਾਪ ਉਹ ਬੇਕਾਰ ਮਾਂ-ਬਾਪ ਹੁੰਦਾ ਹੈ ਜਿਹੜਾ ਆਪਦੀ ਔਲਾਦ ਨੂੰ, ਆਪਦੇ ਪਰਿਵਾਰ ਨੂੰ ਸੰਭਾਲਣ ਦੀ ਬਜਾਏ ਉਹਨਾਂ ਨੂੰ ਗਲਤ ਰਸਤੇ ਵੱਲ ਨੂੰ ਤੋਰੇ। ਇਸ ਕਰਕੇ ਲੋਕਾਂ ਦਾ ਰੋਸ ਆ ਜਿਹੜਾ ਉਹਨੂੰ ਮਹਿਸੂਸ ਕਰਨਾ ਚਾਹੀਦਾ, ਔਰ ਉਹਦੇ ਵਿੱਚ ਆ ਕੇ ਸਰਕਾਰ ਨੂੰ ਇਹਦੇ ਵਿੱਚ ਇੰਟਰਫੇਅਰ ਕਰਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ। ਔਰ ਨਹੀਂ ਤਾਂ ਮਤਲਬ ਆਉਣ ਵਾਲੇ ਦਿਨਾਂ ਦੀ ਲੜਾਈ ਬਹੁਤ ਵੱਡੀ ਹੋਏਗੀ। ਬਹੁਤ ਬਹੁਤ ਸ਼ੁਕਰੀਆ।